ਹਰਵਿੰਦਰ ਸਿੰਘ ਚਾਵਲਾ ਇੱਕ ਵਾਰ ਫੇਰ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਕਰਦਾ। ਜੀ ਆਇਆਂ ਨੂੰ ਕਹਿਣਾ। ਮੇਰੇ ਨਾਲ ਮੌਜੂਦ ਨੇ ਰੁद्रपुर ਦੇ ਵਿਧਾਇਕ ਸ਼ਿਵ ਅਰੋੜਾ ਜੀ। ਉਹਨਾਂ ਦੇ ਨਾਲ ਅਸੀਂ ਚਰਚਾ ਕਰਨੀ ਹੈ ਜਿਹੜਾ ਆਗਾਮੀ ਪ੍ਰੋਗਰਾਮ ਆ ਰਿਹਾ ਹੈ। ਇੱਕ ਜਿੱਦਾਂ ਕਿ ਜਿਹੜਾ ਬਟਵਾਰੇ ਦਾ ਜਿਹੜਾ ਦੰਸ਼ ਝੇਲਿਆ ਉਹਦੇ 'ਚ ਜਿਹੜੇ ਪ੍ਰਭਾਵਿਤ ਹੋਏ ਨੇ ਜ਼ਿਆਦਾਤਰ ਉਹ ਮੋਸਟਲੀ ਉਹਦੇ ਪੰਜਾਬੀ ਸੀ। ਸੋ 14 ਅਗਸਤ ਨੂੰ ਜਿਹੜਾ ਪ੍ਰੋਗਰਾਮ ਆ ਰਿਹਾ ਵਿਭਾਜਨ ਵਿਭੀਸ਼ਕਾ, ਉਹਦੀ ਪੂਰੀ ਰੂਪ ਰੇਖਾ ਕੀ ਹੈ, ਕਿਉਂ ਆਖਰ ਪ੍ਰੋਗਰਾਮ ਇੱਥੇ ਰੁद्रपुर ਕਰਨਾ ਪਿਆ। ਰੁद्रपुर ਵੀ ਇੱਕ ਪੰਜਾਬੀਆਂ ਦੇ ਲਈ ਮਾਣ ਵਾਲੀ ਗੱਲ ਹੈ ਕਿ ਇੰਨਾ ਵੱਡਾ ਪ੍ਰੋਗਰਾਮ ਇੱਥੇ ਆ ਰਿਹਾ ਜਿਹਦੇ ਵਿੱਚ ਮੁੱਖ ਅਤਿਥੀ ਹੋਣਗੇ ਸੂਬੇ ਦੇ ਸਾਡੇ CM ਪੁਸ਼ਕਰ ਸਿੰਘ ਧਾਮੀ ਸਾਹਿਬ। ਅਤੇ ਸਾਰੀ ਇਸ ਪ੍ਰੋਗਰਾਮ ਤੋਂ ਰਿਲੇਟਡ ਆਪਾਂ ਚਰਚਾ ਕਰਨੀ ਆ। ਸਭ ਤੋਂ ਪਹਿਲਾਂ ਸਵਾਗਤ ਕਰਦੇ ਹਾਂ। ਅਤੇ ਇੱਕ ਹੋਰ ਐਡਵਾਂਸ 'ਚ ਸਾਡੇ MLA ਸਾਹਿਬ ਨੇ, ਉਹਨਾਂ ਦਾ ਕੱਲ੍ਹ ਜਨਮ ਦਿਹਾੜਾ ਹੈ ਅਤੇ ਉਹਦੀ ਵੀ ਆਪਾਂ ਐਡਵਾਂਸ ਇਹਨਾਂ ਨੂੰ ਵਧਾਈ ਦਿੰਦੇ ਹਾਂ ਅਤੇ ਫਿਰ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਸਭ ਤੋਂ ਪਹਿਲਾਂ ਤੁਹਾਡਾ ਬਹੁਤ ਬਹੁਤ ਸਵਾਗਤ ਅਤੇ ਸਾਡੀ ਪੂਰੀ ਟੀਮ ਵੱਲੋਂ ਤੁਹਾਨੂੰ ਜਨਮ ਦਿਨ ਦੀਆਂ ਐਡਵਾਂਸ ਮੁਬਾਰਕਾਂ। ਚਾਵਲਾ ਜੀ ਬਹੁਤ ਬਹੁਤ ਧੰਨਵਾਦ ਤੁਹਾਡੇ ਪਿਆਰ ਵਾਸਤੇ। ਜਿਹੜਾ ਜਨਮ ਦਿਨ ਦੀ ਤੁਸੀਂ ਸ਼ੁਭਕਾਮਨਾ ਦਿੱਤੀ ਉਹਦੇ ਵਾਸਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਸੋ ਬਹੁਤ ਇਹ ਮੇਰੇ ਖਿਆਲ ਰੁद्रपुर ਵਾਲੇ ਸੇ ਬਹੁਤ ਮਾਣ ਵਾਲੀ ਗੱਲ ਹੈ ਕਿ ਪੰਜਾਬੀਆਂ ਨੂੰ ਸਮਰਪਿਤ ਇੱਕ ਇੰਨਾ ਵੱਡਾ ਪ੍ਰੋਗਰਾਮ ਤੁਸੀਂ ਉਲੀਕਣ ਜਾ ਰਹੇ ਹੋ। ਮੈਂ ਚਾਹੂੰਗਾ ਕਿ ਇਸ ਪ੍ਰੋਗਰਾਮ ਦਾ ਪੂਰਾ ਵੇਰਵਾ ਕੀ ਹੈ, ਆਖਰ ਕਿਉਂ ਇਹ ਪ੍ਰੋਗਰਾਮ ਦੀ ਲੋੜ ਪਈ, ਰੁद्रपुर ਵਰਗੀ ਜਗ੍ਹਾ 'ਤੇ ਇੰਨਾ ਮਾਣ ਜਿਹੜਾ ਪੰਜਾਬੀਆਂ ਨੂੰ ਪ੍ਰਾਪਤ ਹੋਣ ਜਾ ਰਿਹਾ। ਬਈ ਮੁੱਖ ਅਤਿਥੀ ਸੂਬੇ ਦੇ ਸਾਡੇ CM ਸਾਹਿਬ ਹੋਣਗੇ ਅਤੇ ਇਹ ਤੋਂ ਰਿਲੇਟਿਡ ਆਪਾਂ ਸਾਰੀ ਜਿਹੜੀ ਜਾਣਕਾਰੀ ਸਾਡੇ ਤੁਸੀਂ ਦਰਸ਼ਕਾਂ ਨੂੰ ਜ਼ਰੂਰ ਦਿਓ ਜੀ। ਦੇਖੋ ਚਾਵਲਾ ਜੀ, ਇਹ ਸਾਡਾ ਸੁਭਾਗ ਹੈ ਕਿ 14 ਅਗਸਤ ਨੂੰ ਰੁद्रपुर 'ਚ ਇਹ ਨਾਂ ਹੈ ਪ੍ਰੋਗਰਾਮ ਦਾ, ਵਿਭਾਜਨ ਵਿਭੀਸ਼ਕਾ ਸਮ੍ਰਿਤੀ ਦਿਵਸ ਜੀ। ਜਿਵੇਂ ਨਾਂ ਤੋਂ ਹੀ ਪਤਾ ਚੱਲ ਰਿਹਾ, ਵਿਭਾਜਨ ਨਹੀਂ ਪਾਰਟੀਸ਼ਨ, ਅਤੇ ਵਿਭੀਸ਼ਕਾ ਦਾ ਮਤਲਬ ਟ੍ਰੇਜਡੀ। ਜਿਹੜੀ ਪਾਰਟੀਸ਼ਨ ਦੀ ਇੰਨੀ ਵੱਡੀ ਟ੍ਰੇਜਡੀ ਹੋਈ ਸੀ ਉਹਨੂੰ ਮੈਮੋਰਾਈਜ਼ ਕਰਨਾ, ਉਹਦੀ ਸਮ੍ਰਿਤੀ 'ਚ ਕਰਨਾ। ਤਾਂ ਉਹ ਵਿਭਾਜਨ ਵਿਭੀਸ਼ਕਾ ਸਮ੍ਰਿਤੀ ਦਿਵਸ, ਉਹਦਾ ਕਾਰਜਕ੍ਰਮ 14 ਅਗਸਤ ਨੂੰ ਹੋਣ ਜਾ ਰਿਹਾ ਹੈ। ਤੁਹਾਨੂੰ ਅਗਰ ਯਾਦ ਹੋਏਗਾ ਕਿ ਜਿਹੜਾ 15 ਅਗਸਤ ਜਿਹੜਾ ਪਿਛਲਾ ਨਿਕਲਿਆ ਸੀ, ਉਹਦਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ, ਉਹਨਾਂ ਨੇ ਘੋਸ਼ਣਾ ਕੀਤੀ ਸੀ। ਉਹਨਾਂ ਨੇ ਕਿਹਾ ਕਿ ਦੇਸ਼ ਪੂਰਾ 15 ਅਗਸਤ ਦੇਸ਼ ਦੀ ਆਜ਼ਾਦੀ ਦਾ ਦਿਨ ਬੜੇ ਉਤਸ਼ਾਹ ਨਾਲ ਮਨਾਉਂਦਾ। ਭਾਰਤ ਮਾਤਾ ਗੁਲਾਮੀ ਦੀ ਜੰਜੀਰਾਂ ਤੋਂ, ਉਹਨਾਂ ਦੀ ਗੁਲਾਮੀ ਦੀ ਜੰਜੀਰਾਂ ਟੁੱਟੀਆਂ, ਭਾਰਤ ਮਾਤਾ ਆਜ਼ਾਦ ਹੋਈ, ਕ੍ਰਾਂਤੀਕਾਰੀਆਂ ਨੇ ਆਪਣੇ ਬਲਿਦਾਨ ਦਿੱਤੇ, ਬਹੁਤ ਵੱਡਾ ਸੰਘਰਸ਼ ਹੋਇਆ ਕਈ ਸੈਂਕੜੋਂ ਸਾਲ ਦਾ, ਤਾਂ ਦੇਸ਼ ਆਜ਼ਾਦ ਹੋ ਗਿਆ। ਤਾਂ ਇਸ ਤੋਂ ਵੱਡੀ ਖੁਸ਼ੀ ਦੇਸ਼ ਵਾਸਤੇ ਹੋ ਨਹੀਂ ਸਕਦੀ। ਇਸ ਕਰਕੇ ਆਪਾਂ ਹਰ ਵਾਰੀ 15 ਅਗਸਤ ਮਨਾਉਂਦੇ ਹਾਂ, ਤਾਂ ਬਹੁਤ ਖੁਸ਼ੀ ਨਾਲ ਮਨਾਉਂਦੇ ਹਾਂ, ਪੂਰਾ ਦੇਸ਼ ਮਨਾਉਂਦਾ। ਲੇਕਿਨ ਉਹਨਾਂ ਨੇ ਇੱਕ ਗੱਲ ਹੋਰ ਜੋੜੀ, ਉਹਨਾਂ ਨੇ ਇਹ ਗੱਲ ਜੋੜੀ ਕਿ 15 ਅਗਸਤ ਜਿੰਨਾ ਖੁਸ਼ੀ ਦਾ ਦਿਨ ਹੈ, 15 ਅਗਸਤ ਭਾਰਤ ਦੇ ਇਤਿਹਾਸ ਦਾ ਸਭ ਤੋਂ ਵੱਡਾ ਸਵਰਨਿਮ ਕਾਲ ਹੈ। ਉਹਦੇ ਨਾਲ 14 ਅਗਸਤ ਨੂੰ ਵੀ ਭੁੱਲਿਆ ਨਹੀਂ ਜਾ ਸਕਦਾ। ਉਹਨਾਂ ਨੇ ਆਪਣੇ ਭਾਸ਼ਣ ਵਿੱਚ ਕਿਹਾ ਕਿ ਜਿੱਥੇ 15 ਅਗਸਤ ਦੇਸ਼ ਦੀ ਆਜ਼ਾਦੀ ਦਾ ਦਿਨ ਹੈ, 14 ਅਗਸਤ ਵਿਭਾਜਨ ਵਿਭੀਸ਼ਕਾ ਦਾ ਦਿਵਸ ਹੈ, ਯਾਨੀ ਕਿ ਪਹਿਲੀ ਵਾਰ ਹੋਏਗਾ, ਪਹਿਲੀ ਵਾਰੀ। ਤੇ ਮੋਦੀ ਜੀ ਨੇ ਪਿਛਲੇ ਲਾਲ ਕਿਲੇ ਪ੍ਰਾਚੀਰ ਤੇ ਘੋਸ਼ਣਾ ਕੀਤੀ ਕਿ ਜਿਹੜਾ ਵਿਭਾਜਨ ਹੋਇਆ ਸੀ ਉਹ ਛੋਟੀ ਗੱਲ ਨਹੀਂ ਸੀ, ਉਹ ਦੇਸ਼ ਦੇ ਇਤਿਹਾਸ ਦਾ ਬਹੁਤ ਵੱਡਾ ਪੰਨਾ ਹੈ। ਉਹ ਇੰਨੀ ਵੱਡੀ ਟ੍ਰੇਜਡੀ ਹੈ ਕਿ ਜਿਹਨੂੰ ਦੇਸ਼ ਦੇ ਬੱਚੇ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੀ ਆਜ਼ਾਦੀ ਮਿਲੀ, ਆਜ਼ਾਦੀ ਤੋਂ ਪਹਿਲੇ ਦੇਸ਼ ਦਾ ਕਿਵੇਂ ਬਟਵਾਰਾ ਹੋ ਗਿਆ, ਤਾਂ ਬਟਵਾਰਾ ਕਰਕੇ ਕਿੰਨੀ ਵੱਡੀ ਟ੍ਰੇਜਡੀ ਹੋਈ ਸੀ। ਉਹਨਾਂ ਨੇ ਘੋਸ਼ਣਾ ਕੀਤੀ ਕਿ 14 ਅਗਸਤ ਨੂੰ ਹਰ ਸਾਲ भारत ये विभाजन विभीषका स्मृति दिवस भी मनावेगा। ये उन्होंने पिछले साल घोषणा की। देश व्यापी प्रोग्राम है, ये पूरा देश व्यापी प्रोग्राम है। इस करके पूरे देश मोदी जी ने जो कह दिता वो कार्यक्रम हो रहे हैं। तो साडा सौभाग्य है कि साडे मुख्यमंत्री पुष्कर सिंह धामी जी हैं। हाँ देखो ਰੁद्रपुर ਸਾਰੇ ਉੱਤਰਾਖੰਡ ਚਲੋ ਹੋ ਰਿਹਾ ਤੇ ਮੇਨ ਪ੍ਰੋਗਰਾਮ ਸਾਡੇ ਰੁद्रपुर ਦੇ ਚ ਤੁਹਾਨੂੰ ਮਾਣ ਪ੍ਰਾਪਤ ਹੋਇਆ ਹੈ, ਕਹਿ ਰਹੇ ਤੁਸੀਂ ਕਾਮਯਾਬ ਹੋਏ ਹੋ। ਇਹ ਰੁद्रपुर ਮਤਲਬ ਕਿਵੇਂ ਇਹ ਡਿਸੀਜਨ ਲਿਆ ਗਿਆ ਕਿ ਰੁद्रपुर ਹੋਣਾ ਚਾਹੀਦਾ? ਮੈਂ ਕਹਿ ਰਿਹਾ ਜੇ ਸਾਡੇ ਜਿਹੜੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਜੀ, ਉਹਨਾਂ ਨੇ ਖੁਦ ਚਰਚਾ ਕੀਤੀ ਕਿ ਸ਼ਿਵ ਜੀ ਇਹ ਜਿਹੜਾ ਮੋਦੀ ਜੀ ਦਾ ਕਾਰਜਕ੍ਰਮ ਹੈ, ਇੰਨਾ ਵੱਡਾ ਇਤਿਹਾਸ ਦਾ, ਸਾਡੇ ਦੇਸ਼ ਭਗਤੀ ਦਾ, ਧਰਮ ਦੀ ਰੱਖਿਆ ਵਾਸਤੇ ਜਿਹੜੇ ਬਲਿਦਾਨ ਹੋਏ, ਉਹਨਾਂ ਦੀ ਸਮ੍ਰਿਤੀ ਦਾ ਕਾਰਜਕ੍ਰਮ ਹੈ, ਇਹ ਕਿਵੇਂ ਕੀਤਾ ਜਾਏ? ਮੈਂ ਕਿਹਾ ਜੀ ਮੁੱਖ ਮੰਤਰੀ ਜ਼ਰੂਰ ਹੋਣਾ ਚਾਹੀਦਾ। ਇਹ ਕਾਰਜਕ੍ਰਮ ਇਤਿਹਾਸ ਦਾ ਹੈ, ਨਵੀਂ ਪੀੜ੍ਹੀ ਨੂੰ ਪਤਾ ਲੱਗਣਾ ਚਾਹੀਦਾ। ਤਾਂ ਪਹਿਲੇ ਗੱਲ ਉਹਨੇ ਕਿੱਥੇ ਹੋਣ ਲੱਗੇ, ਤਾਂ ਦੇਹਰਾਦੂਨ ਦਾ ਵੀ ਨਾਮ ਆਇਆ, ਬਾਕੀ ਵੀ ਨਾ ਆਏ। ਲੇਕਿਨ ਫਿਰ ਮੈਂ ਸੁਝਾਅ ਦਿੱਤਾ ਤਾਂ ਮੁੱਖ ਮੰਤਰੀ ਤੁਰੰਤ ਕਿਹਾ ਇਹ ਗੱਲ ਤੁਹਾਡੀ ਠੀਕ ਹੈ ਕਿ ਅਗਰ ਆਪਾਂ ਪੂਰਾ ਧਿਆਨ ਕਰੀਏ ਤਾਂ ਜਿਹੜਾ ਪਾਰਟੀਸ਼ਨ ਹੋਇਆ 1947 ਵਿੱਚ, ਪਾਰਟੀਸ਼ਨ ਤੋਂ ਬਾਅਦ ਜਿਹੜੇ ਕਰੋੜੋਂ ਲੋਕੀ ਆਏ ਤਾਂ ਉਹ ਦੇਸ਼ ਵਿੱਚ ਹਰ ਅਲੱਗ-ਅਲੱਗ ਥਾਂ 'ਤੇ ਵਸ ਗਏ। ਆਪਣੇ ਉੱਤਰਾਖੰਡ ਵਿੱਚ ਇਹ ਜਿਹੜਾ ਊਧਮ ਸਿੰਘ ਨਗਰ ਜ਼ਿਲ੍ਹਾ ਹੈ, ਇਸ ਊਧਮ ਸਿੰਘ ਨਗਰ ਜ਼ਿਲ੍ਹੇ 'ਚ ਮੈਕਸੀਮਮ ਪਾਰਟੀਸ਼ਨ ਤੋਂ ਬਾਅਦ ਲੋਕੀ ਆਏ ਤੇ ਉਹ ਇੱਧਰ ਆ ਕੇ ਵਸੇ। ਉਸ ਟਾਈਮ ਪੰਡਿਤ ਜਵਾਹਰ ਲਾਲ ਨਹਿਰੂ ਜੀ ਪ੍ਰਧਾਨ ਮੰਤਰੀ ਸੀ, ਗੋਬਿੰਦ ਵੱਲਭ ਪੰਤ ਜੀ ਮੁੱਖ ਮੰਤਰੀ ਜੀ ਸੀ। ਉਹਨਾਂ ਦੇ ਨਾਲ ਗੱਲ ਹੋ ਕੇ ਉਹਨਾਂ ਨੇ ਜਿਹੜੇ ਰਿਫਿਊਜੀ ਜੀ ਪਹਿਲੇ ਦਿੱਲੀ ਆਏ, ਫਿਰ ਸਹਾਰਨਪੁਰ ਤੇ ਬਾਕੀ ਹੋਰ ਅਲੱਗ-ਅਲੱਗ ਏਰੀਆ 'ਚ ਗਏ, ਤੇ ਫਿਰ ਦਿੱਲੀ ਤੋਂ ਇੱਥੇ ਵੀ ਭੇਜੇ ਗਏ। ਫਿਰ 47 ਆਖਰੀ ਸ਼ੁਰੂ ਹੁੰਦੇ 48 ਤੱਕ ਰਿਫਿਊਜੀ ਜਿਹੜੇ ਸੀ ਉਸ ਟਾਈਮ ਦੇ ਸ਼ਰਨਾਰਥੀ ਸੀ, ਉਹ ਇੱਧਰ ਆ ਗਏ।
ਇੱਧਰ ਆ ਕੇ ਫਿਰ ਇੱਧਰ ਵਸੇ। ਇਸ ਕਰਕੇ ਪਾਰਟੀਸ਼ਨ ਦੇ ਉੱਤਰਾਖੰਡ ਦੇ ਸਭ ਤੋਂ ਵੱਡੇ ਜ਼ਿਆਦਾ ਲੋਕ ਜਿਹੜੇ ਵਸੇ ਹਨ ਉਹ ਊਧਮ ਸਿੰਘ ਨਗਰ ਜ਼ਿਲ੍ਹੇ 'ਚ ਹਨ। ਤਾਂ ਸਹਾਇਕ ਰੂਪ ਸੇ ਇਸ ਪ੍ਰੋਗਰਾਮ ਵਿੱਚ ਆਪਾਂ ਉਹਨਾਂ ਦੇ ਕੋਲ ਜਾਣਾ ਹੈ। ਇਸ ਕਰਕੇ ਜਦੋਂ ਸੁਝਾਅ ਆਇਆ ਤਾਂ ਮੁੱਖ ਮੰਤਰੀ ਤੁਰੰਤ ਆਪਣੀ ਸਹਿਮਤੀ ਅੱਛਾ, ਪ੍ਰਵਾਨਗੀ ਇੱਕਦਮ ਦੇ ਦਿੱਤੀ। ਨਹੀਂ ਦੇਖੋ, ਇਹ ਤਾਂ ਸੱਚੇ ਦਿਲ ਨਾਲ ਕੰਮ ਕਰੋ, ਇਮਾਨਦਾਰੀ ਨਾਲ ਕੰਮ ਕਰੋ ਤਾਂ ਪ੍ਰਵਾਨ ਚੜ੍ਹਨੇ ਹੀ ਚੜ੍ਹਨੇ ਹੁੰਦੇ ਨੇ। ਉਹਨੂੰ ਕੋਈ ਦੁਨੀਆ ਦੀ ਵਾਹਿਗੁਰੂ ਦੀ ਮਿਹਰ ਹੁੰਦੀ ਹੈ, ਈਸ਼ਵਰ ਦੀ ਕਿਰਪਾ ਹੁੰਦੀ ਹੈ। ਜਦਾ ਗੱਲ ਹੋਈ ਫਿਰ ਪੁਸ਼ਕਰ ਸਿੰਘ ਧਾਮੀ ਜੀ ਮੁੱਖ ਮੰਤਰੀ ਸਾਡਾ, ਜਿਹੜਾ ਹਰ ਚੀਜ਼ ਨੂੰ ਬੜੀ ਜਾਂ ਇਹ ਵੀ ਕਹਿ ਸਕਦਾ ਕਿ ਜਿਵੇਂ ਉਹ ਖਟੀਮਾ ਨੇੜਲੇ ਇੱਥੇ ਇਲਾਕੇ 'ਚ ਰਹਿੰਦੇ, ਉਹਨਾਂ ਨੂੰ ਸ਼ਾਇਦ ਪੂਰੀ ਵਾਸਤਵਿਕਤਾ ਦਾ ਅੰਦਾਜ਼ਾ ਹੈ। ਉਹਨੂੰ ਪੂਰੇ ਉੱਤਰਾਖੰਡ ਦੀ ਵਾਸਤਵਿਕਤਾ ਦਾ ਪਤਾ। ਅੱਛਾ, ਉਹ ਇਹੋ ਜਿਹਾ ਬੰਦਾ ਹੈ, ਖਟੀਮਾ ਤੋਂ ਲੈ ਕੇ ਪੂਰੇ ਜ਼ਿਲ੍ਹੇ ਕੀ, ਪੂਰਾ ਇੰਟੀਰੀਅਰ ਪਹਾੜ ਕੀ, ਹਰ ਥਾਂ ਦਾ ਉਹਨੂੰ ਪਤਾ। ਤਾਂ ਇਸ ਕਰਕੇ ਉਹ ਬੜੀ ਤੇਜ਼ੀ ਨਾਲ ਚੀਜ਼ਾਂ ਨੂੰ ਸਮਝਦਾ। ਅੱਛਾ, ਇੱਕ ਚੀਜ਼ ਹੋਰ, ਹੁਣ ਇਹ ਪ੍ਰੋਗਰਾਮ ਦਾ ਸਰੂਪ ਕਿਹੋ ਜਿਹਾ ਹੋਏਗਾ? ਜਿਵੇਂ ਦੱਸਿਆ ਜਾ ਰਿਹਾ ਹੈ ਕਿ ਉਸ ਵੇਲੇ ਜਿਨ੍ਹਾਂ ਨੇ ਇਹ ਸੰਤਾਪ ਆਪਣੇ ਪਿੰਡੇ ਤੇ ਹੰਡਾਇਆ, ਮਤਲਬ ਉੱਥੋਂ ਦੀ ਜਿਨ੍ਹਾਂ ਹਾਲਾਤਾਂ ਦੇ ਵਿੱਚ ਆਏ, ਜਿਨ੍ਹਾਂ ਦੇ ਕਈਆਂ ਦੀ ਜਾਨਾਂ ਵੀ ਗਈਆਂ ਉਸ ਪਰ, ਤੇ ਇਹ ਪ੍ਰੋਗਰਾਮ ਸਰੂਪ ਵੇਰਵਾ ਕੀ ਹੈ, ਮਤਲਬ ਕਿਸ ਤਰ੍ਹਾਂ ਦਾ ਹੋਏਗਾ? ਦੇਖੋ, ਅਗਰ ਥੋੜਾ ਜਿਹਾ ਇਹਦਾ ਆਪਾਂ ਬਰੀਫ ਜਿਹੜਾ ਪਸ਼ਠਭੂਮੀ ਧਿਆਨ ਕਰੀਏ, ਬੇਸਿਕਲੀ ਪ੍ਰੋਗਰਾਮ ਹੋ ਕਿਉਂ ਰਹਾ। ਹਾਂ, ਮੋਦੀ ਜੀ ਜਿਹੜਾ ਵਿਅਕਤੀਤਵ ਜਿਹੜਾ ਇੰਨਾ ਵੱਡਾ ਹੈ, ਉਹ ਅਗਰ ਕੋਈ ਗੱਲ ਕਹਿ ਰਿਹਾ ਤਾਂ ਕਿਸੇ ਕਾਰਨ ਤੇ ਕਹਿ ਰਿਹਾ। ਇਤਿਹਾਸ ਦਾ ਉਹ ਪੰਨਾ ਨਵੀਂ ਜਨਰੇਸ਼ਨ ਬਿਲਕੁਲ ਭੁੱਲ ਗਈ। ਯਾਨੀ ਕਿ ਪਹਿਲੀ ਵਾਰ ਉਹਨਾਂ ਨੂੰ ਸਾਰਾ ਪਤਾ ਲੱਗੇਗਾ ਨਾ, ਉਹਨਾਂ ਨੂੰ ਉਹ ਪਹਿਲੀ ਵਾਰੀ ਪਤਾ ਲੱਗੇਗਾ। ਇਹ ਮੋਦੀ ਜੀ ਜਿਹੜੇ ਵਿਅਕਤੀਤਵ ਜਿਹੜੇ ਸਾਰੀ ਚੀਜ਼ਾਂ ਨੂੰ ਕਰ ਲੈਂਦਾ, ਉਹਨਾਂ ਨੇ ਜਦ ਕੀਤਾ ਤਾਂ ਧਿਆਨ ਕਰੀਏ ਵੀ ਪਾਰਟੀਸ਼ਨ ਕਿੰਨੀ ਵੱਡੀ ਚੀਜ਼ ਸੀ। ਧਰਮ ਦੇ ਆਧਾਰ ਤੇ ਬਟਵਾਰਾ ਹੋਇਆ। ਮੁਹੰਮਦ ਅਲੀ ਜਿੰਨਾ ਆਏ, ਉਹ ਇਸਲਾਮਿਕ ਕੱਟਰਵਾਦ ਆਇਆ। ਉਹਨਾਂ ਨੇ ਜਿੱਦ ਕੀਤੀ ਕਿ ਅਸੀਂ ਅਲੱਗ ਧਰਮ ਹੈ, ਅਲੱਗ ਰਾਸ਼ਟਰ ਹੈ, ਅਸੀਂ ਹਿੰਦੁਸਤਾਨ ਨਾਲ ਨਹੀਂ ਰਹਿ ਸਕਦੇ, ਹਿੰਦੂਆਂ ਨਾਲ ਨਹੀਂ ਰਹਿ ਸਕਦੇ, ਬਾਕੀ ਲੋਕਾਂ ਨਾਲ ਨਹੀਂ ਰਹਿ ਸਕਦੇ। ਉਹਨਾਂ ਨੇ ਜਿੱਦ ਕੀਤੀ, ਲੋਕਾਂ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ, ਉਹ ਨਹੀਂ ਸਮਝੇ। ਦੇਸ਼ ਦੀ ਆਜ਼ਾਦੀ ਦੀ ਸ਼ਰਤ ਲਾ ਦਿੱਤੀ ਉਹਨਾਂ ਨੇ। ਸ਼ਰਤ ਲਾਉਣ ਕਰਕੇ ਦੰਗੇ ਹੋਣ ਲੱਗੇ। ਆਖਿਰਕਾਰ ਉਸ ਟਾਈਮ ਦਾ ਜਿਹੜਾ ਸਾਡਾ ਨੇਤਰਤਵ ਸੀ ਉਹ ਝੁਕ ਗਿਆ। ਉਹਨਾਂ ਨੇ ਭਾਰਤ ਮਾਤਾ ਦੇ 2 ਟੁਕੜੇ ਸਵੀਕਾਰ ਕਰ ਲਏ। ਸਵੀਕਾਰ ਧਰਮ ਦੇ ਕਰਕੇ ਦੇਸ਼ ਭਾਰਤ ਮਾਤਾ ਦੇ 2 ਟੁਕੜੇ ਹੋ ਗਏ। ਸਾਨੂੰ ਆਜ਼ਾਦੀ ਤਾਂ ਮਿਲੀ, ਲੇਕਿਨ ਭਾਰਤ ਮਾਤਾ ਦੇ 2 ਟੁਕੜੇ ਕਰਕੇ ਮਿਲੀ। ਇੱਕ ਬਟਵਾਰਾ ਹੋਇਆ। अब बंटवारा भी होया, बंटवारा कई देशों का होया, लेकिन पूरी शताब्दी का इस तू जो विध्वंसक इस तू वड्डा जो विभाजन की विविष्का वाला कोई बंटवारा नहीं होया। आंकड़े कहते 10 लाख तो लोग ज़्यादा लोगों की जान गई सी, उन्होंने जिंदा कट दिता गया सी। बजुर्ग सी, जवान सी, औरतां सी, बच्चों भी नहीं बख्ते। वो जो दंगा ही सी, जो दंगा जिन्होंने दे धर्म के नाम का जुनून सी, इस्लामिक कट्टरवाद का जरूर थी कि असी दंगा करके धर्म नाम कुछ भी कर देना। उन्होंने जनून करके 10 लाख लोगों की हत्या हुई। वो 10 लाख लोग 10 लाख की तो हत्या हुई। उन्होंने चू बतेरे लोग इो जे जिन्होंने अंतिम संस्कार भी नहीं मिला, उन्होंने अंतिम संस्कार नहीं हो सकिया। उन्होंने जो आप क्रियाक्रम करे, क्रियाक्रम भी नहीं होए, तर्पण भी नहीं होए। कित्थे लाशा गई, किहड़े कुएं च गई, खूह च गई, किहड़े तलाब च गई, चील कौवे खा गए, उन्होंने भी पता नहीं। यानी ये भी कह सकते हैं कि वो सारे वो स्मृति ਨੂੰ ਸਮਰਪਿਤ ਇਸ ਪ੍ਰੋਗਰਾਮ ਦੇ ਨਾਲ ਸ਼ਰਧਾਂਜਲੀ ਉਹਨਾਂ ਨੂੰ ਸਾਰੇ ਕੁਝ ਹੋਣ ਵਾਲਾ। ਉਸ ਟਾਈਮ ਦੀ ਜਿਹੜੇ ਲੋਕੀ ਇਤਿਹਾਸ ਦੱਸਦੇ ਨੇ, ਜਦਾ ਪਾਰਟੀਸ਼ਨ ਹੋਇਆ ਸਰਕਾਰ ਨੇ ਟ੍ਰੇਨਾਂ ਲਾਈਆਂ ਸੀ ਵੀ ਠੀਕ ਹੈ ਧਰਮਦਾਨ ਦੇ ਪਾਰਟੀਸ਼ਨ ਹੋ ਗਿਆ, ਗਲਤ ਹੋਇਆ ਭਾਰਤ ਮਾਤਾ ਬਟਵਾਰਾ, ਲੇਕਿਨ ਆਰਐਸਸੀ ਹਿੰਦੁਸਤਾਨ ਆने ਦੇਣਾ ਚਾਹੀਦਾ। ਲੇਕਿਨ ਇਹ ਦੰਗਾਈ ਦੀ ਜਿਹੜੀ ਮਾਨਸਿਕਤਾ ਹੈ ਨਾ, ਆਤੰਕਵਾਦੀ ਮਾਨਸਿਕਤਾ, ਉਹਨਾਂ ਨੇ ਕੀ ਕੀਤਾ, ਉਹ ਟ੍ਰੇਨ ਜਿਹੜੀ ਸਰਕਾਰੀ ਆਉਂਦੀ ਸੀ ਉੱਥੋਂ ਲੋਕ ਜਨ ਬਚਾ ਕੇ ਖਾਲੀ ਪੋਟਲੀ ਲੈ ਕੇ ਬੱਚਿਆਂ ਨੂੰ ਆਪਣੀ ਔਰਤਾਂ ਨੂੰ ਲੈ ਕੇ ਟ੍ਰੇਨ ਤੇ ਘੁਸ ਵੜ ਜਾਂਦੇ ਸੀ। ਲੇਕਿਨ ਜਦਾ ਟ੍ਰੇਨ ਚੱਲਦੀ ਸੀ, ਜਦਾ ਹਿੰਦੁਸਤਾਨ ਦੇ ਬਾਰਡਰ ਤੇ ਆਉਂਦੀ ਸੀ, ਉਹ ਟ੍ਰੇਨ 'ਚ ਇੱਕ ਵੀ ਬੰਦਾ ਜਿੰਦਾ ਨਹੀਂ ਹੁੰਦਾ ਸੀ, ਲਾਸ਼ਾਂ ਹੀ ਲਾਸ਼ਾਂ ਆਉਂਦੀਆਂ ਸੀ। ਕਿਸੇ ਨੂੰ ਉਹ ਦੰਗੇ ਜਿੰਦੇ ਨਹੀਂ ਛੱਡਦੇ ਸੀ। ਉਹ ਇਹ ਵੀ ਨਹੀਂ ਇਸ ਤੋਂ ਵੀ ਰਾਜੀ ਨਹੀਂ ਸੀ ਕਿ ਜਿੰਦੇ ਆਪਣੇ ਦੇਸ਼ ਪਹੁੰਚਾ। ਬਹੁਤ ਵੱਡਾ ਹੱਤਿਆਕਾंड ਹੋਇਆ। ਕਰੋੜੋਂ ਕਰੋੜ ਲੋਕ ਆਪਣਾ ਘਰ ਬਾਰ ਜ਼ਮੀਨ ਜਾਇਦਾਦ ਪਰਿਵਾਰ ਸਭ ਕੁਝ ਛੱਡ ਕੇ ਉਧਰੋਂ ਆਏ। ਉਹ ਲੋਕ ਸੀ ਜਿਹੜੇ ਉੱਥੇ ਜ਼ਮੀਂਦਾਰ ਸੀ, ਕਿੰਨੀ ਜ਼ਮੀਨਾਂ ਸੀ ਉਹਨਾਂ ਦੇ ਕੋਲ, ਕਿੰਨੇ ਉਹਨਾਂ ਦੇ ਕੋਲ ਰਈਸ ਰਹੇ ਹੋਣਗੇ। ਊਠ ਉਸ ਟਾਈਮ ਹੁੰਦੇ ਸੀ, ਊਠ ਤੇ ਮੈਂ ਵੀ ਸਾਡੇ ਦਾਦਾ ਕੋਲ ਆਪਾਂ ਪੁੱਛਦੇ ਰਹੇ, ਉਸ ਸਿੱਧਾਂਦੇ ਵੀ ਸਾਡੇ ਕੋਲ ਵਪਾਰ ਕਰਦੇ ਸੀ, ਸਾਡੇ ਕੋਲ 8 ਊਠ ਸੀ, ਸਾਡੀ ਇਹ ਦੁਕਾਨਾਂ ਸੀ, ਇੰਨੀ ਜੋ ਹੈ ਜ਼ਮੀਨਾਂ ਸੀ, ਇੰਨੀ ਹਵੇਲੀਆਂ ਹੁੰਦੀ ਸੀ। ਸਭ ਛੱਡ ਕੇ ਇੱਕ ਪੋਟਲੀ ਬੰਦ ਕੇ ਜਾਨ ਬਚਾਨ ਕਰਕੇ ਉਹ ਭੱਜੇ। ਲੇਕਿਨ ਇੱਕ ਗੱਲ ਸੋਚਣ ਦੀ, ਉਹ ਭੱਜੇ ਕਿਉਂ ਸੀ, ਜਾਂ ਉਹ 10 ਲੱਖ ਲੋਕਾਂ ਨੇ ਆਪਣੀ ਜਾਨ ਕਿਉਂ ਦਿੱਤੀ ਸੀ? ਛੋਟੀ ਜੀ ਗੱਲ ਸੀ, ਉਹਨੇ ਧਰਮ ਵਾਸਤੇ ਦਿੱਤੀ ਸੀ, ਧਰਮ ਦੀ ਰੱਖਿਆ ਵਾਸਤੇ ਦਿੱਤੀ ਸੀ। ਚਾਹੁੰਦੇ ਕਲਮਾ ਪੜ੍ਹ ਲੈਂਦੇ, ਕਲਮਾ ਪੜ੍ਹ ਕੇ ਉੱਥੇ ਮੁਸਲਮਾਨ ਬਣ ਜਾਣਾ ਸੀ, ਕੌਣ ਪੁੱਛ ਰਿਹਾ ਸੀ? ਜਿਹੜੇ ਰਹਿ ਗਏ ਉੱਥੇ ਬਣ ਹੀ ਗਏ। ਲੇਕਿਨ ਉਹਨਾਂ ਨੇ ਇਹ ਕਿਹਾ ਨਹੀਂ, ਆਪਾਂ ਧਰਮ ਨਹੀਂ ਛੱਡਣਾ। ਧਰਮ ਦੀ ਰੱਖਿਆ ਵਾਸਤੇ ਉੱਥੋਂ ਇੱਧਰ ਆਏ, ਬਲਿਦਾਨ ਵੀ ਹੋਏ, ਸਾਰਾ ਕੁਝ ਛੱਡ ਕੇ ਆਏ। ਲੇਕਿਨ ਇਹ ਤਾਂ ਉਸ ਪੀੜ੍ਹੀ ਦਾ ਹਿੰਮਤ ਹੈ, ਜਜ਼ਬਾ, ਉਹਨਾਂ ਦੀ ਇੱਛਾ ਸ਼ਕਤੀ ਹੈ
ਕਿ ਉਹ ਜਦ ਸਭ ਕੁਝ ਖਤਮ ਹੋ ਗਿਆ ਸੀ, ਰਿਫਿਊਜੀ ਹੋ ਕੇ ਆਏ, ਉਸ ਤੋਂ ਬਾਅਦ ਅੱਜ ਆਉਣ ਤੋਂ ਬਾਅਦ ਉਹਨਾਂ ਦੀ ਪੀੜ੍ਹੀਆਂ ਨੇ ਮਿਹਨਤ ਕੀਤੀ, ਇਮਾਨਦਾਰਾਂ ਨੇ ਮਿਹਨਤ ਕੀਤੀ, ਆਪਣੇ ਬੱਚਿਆਂ ਨੂੰ ਪੜ੍ਹਾਇਆ, ਆਪਣਾ ਘਰ ਵਸਾਇਆ। ਅੱਜ ਉਹ ਸਾਰੇ ਕੇ ਸਾਰੇ ਕहीं ਨਾ ਕहीं ਵੈਲ ਆਫ ਹਨ, ਉਹ ਸਮਾਜ ਦੀ ਮੁੱਖ ਧਾਰਾ 'ਚ ਹਨ। ਉਹਨਾਂ ਨੇ ਆਪਣੇ ਆਪ ਨੂੰ ਇੱਥੇ ਸਥਾਪਿਤ ਕੀਤਾ। ਲੇਕਿਨ ਇਤਿਹਾਸ ਦੀ ਬਹੁਤ ਵੱਡੀ ਘਟਨਾ ਹੈ। ਤਾਂ ਇਸ ਘਟਨਾ ਨੂੰ ਵੇਖਦੇ ਹੋਏ ਇਹ ਪ੍ਰੋਗਰਾਮ ਹੈ। ਇਸ ਪ੍ਰੋਗਰਾਮ ਦੇ 2-3 ਹਿੱਸੇ ਹਨ। ਬਿਲਕੁਲ। ਪਹਿਲਾ ਹਿੱਸਾ ਹੈ ਕਿ ਜਿਹੜੇ ਸ਼ਹੀਦ ਹੋ ਗਏ ਉਹਨਾਂ ਨੂੰ ਸ਼ਰਧਾਂਜਲੀ ਦੇਣਾ, ਜਿਹੜੇ ਉਸ ਦੌਰਾਨ ਮਾਰੇ ਗਏ ਵਿਚਾਰੇ ਆ। ਉਹਨਾਂ ਨੂੰ ਸ਼ਰਧਾਂਜਲੀ ਦੇਣਾ। ਠੀਕ ਹੈ ਜੀ। ਵੀ ਉਹਨਾਂ ਨੇ ਧਰਮ ਵਾਸਤੇ ਜਾਨ ਦਿੱਤੀ ਸੀ, ਤਾਂ ਉਹਨਾਂ ਨੂੰ ਸ਼ਰਧਾਂਜਲੀ ਦੇਣਾ ਦੇਸ਼ ਦੀ ਜ਼ਿੰਮੇਵਾਰੀ ਹੈ। ਮੋਦੀ ਜੀ ਤੇ ਪੁਸ਼ਕਰ ਸਿੰਘ ਧਾਮੀ ਨੇ ਇਹੀ ਕਿਹਾ ਕਿ ਆਪਾਂ ਸ਼ਰਧਾਂਜਲੀ ਦੇਣੀ ਹੈ। ਪਹਿਲਾ ਕੰਮ ਹੈ। ਦੂਜਾ ਕੰਮ ਕੀ ਹੈ ਕਿ ਜਿਹੜੇ ਉਸ ਟਾਈਮ ਤੋਂ ਆਏ ਸਾਰਾ ਕੁਝ ਛੱਡ ਕੇ, ਕਈ ਲੋਕ ਤਾਂ ਹੁਣ ਆਪਣੇ ਵਿੱਚ ਨਹੀਂ ਹਨ, ਲੇਕਿਨ ਜਿਹੜੇ ਇਸ ਟਾਈਮ ਜਿੰਦੇ ਵੀ ਹਨ, ਉਹਨਾਂ ਨੂੰ ਪਾਕਿਸਤਾਨ ਵਿੱਚ ਜਨਮ ਹੋਇਆ ਸੀ, ਉਹਨਾਂ ਦਾ ਸਨਮਾਨ ਕਰਨਾ। ਇਸ ਕਰਕੇ ਲਿਸਟਾਂ ਬਣ ਰਹੀਆਂ ਹਨ ਕਿ ਕਿਹੜੇ ਬਜ਼ੁਰਗ ਹਾਲੀ ਆਏ ਹਨ ਜਿਨ੍ਹਾਂ ਪਾਕਿਸਤਾਨ ਜਨਮ। ਇਹਦਾ ਪੈਮਾਨਾ ਕੀ ਹੋਏਗਾ ਜਿਸ ਤਰ੍ਹਾਂ ਜਿਹੜਾ ਵੀ ਪੈਮਾਨਾ ਸੀ ਜਿਨ੍ਹਾਂ ਦਾ 15 ਅਗਸਤ 1947 ਤੋਂ ਪਹਿਲੇ ਉਹ ਪਾਕਿਸਤਾਨ ਵਾਲੇ ਇਲਾਕੇ ਜਨਮ ਹੋਇਆ ਸੀ। ਠੀਕ ਹੈ। ਉਹ ਪੈਮਾਨਾ ਹੈ। ਠੀਕ ਹੈ। ਤੇ ਉਹਨਾਂ ਨੇ ਉਹਨਾਂ ਨੂੰ ਮੈਂ ਕਹਿੰਦਾ ਵਿਭਾਜਨ ਵਿਸ਼ਕਾ ਸੈਨਾਨੀ ਨੇ। ਉਹਨਾਂ ਨੇ ਬਹੁਤ ਵੱਡਾ ਸੈਕਰੀਫਾਈਸ ਕੀਤਾ ਧਰਮ ਵਾਸਤੇ, ਦੇਸ਼ ਵਾਸਤੇ। ਉਸ ਲਈ ਉਹਨਾਂ ਨੂੰ ਸਨਮਾਨਿਤ ਕਰਨਾ ਇਹ ਦੂਜਾ ਕਾਰਜਕ੍ਰਮ ਹੈ। ਤੀਜਾ ਸਭ ਤੋਂ ਮਹੱਤਵਪੂਰਨ ਕਾਰਜਕ੍ਰਮ ਹੈ ਜਿਸ ਕਰਕੇ ਮੋਦੀ ਜੀ ਨੇ ਕਿਹਾ ਕਿ ਜਿਹੜੀ ਸਾਡੀ ਨਵੀਂ ਪੀੜ੍ਹੀ ਹੈ, ਜਿਹੜਾ ਸਾਰਾ ਕੰਫਰਟ ਵੇਖ ਰਹੀ ਹੈ, ਉਹਨਾਂ ਨੂੰ ਲੱਗ ਰਿਹਾ ਉਹਨਾਂ ਨੇ ਕੇਵਲ ਕੰਫਰਟ ਵੇਖਿਆ, ਪਿਛੋਕੜ ਨਹੀਂ ਵੇਖਿਆ ਵੀ ਕਿਵੇਂ ਹਾਲਾਤਾਂ ਉਹਨਾਂ ਨੂੰ ਪਤਾ ਹੀ ਨਹੀਂ ਪਿੱਛੇ ਉਹਨਾਂ ਦੇ ਨਾਲ ਕੀ ਹੋਇਆ। ਤੇ ਜਿਹੜੀ ਵੀ ਸਮਾਜ ਤੇ ਸੁਸਾਇਟੀ ਆਪਣਾ ਇਤਿਹਾਸ ਭੁੱਲ ਜਾਂਦੀ ਹੈ, ਇਤਿਹਾਸ ਉਹਨਾਂ ਦੇ ਨਾਲ ਦੁਬਾਰਾ ਦੁਹਰਾਇਆ ਜ਼ਰੂਰ ਜਾਂਦਾ ਹੈ। ਤੇ ਜਿਹੜੀ ਸੁਸਾਇਟੀ, ਜਿਹੜਾ ਸਮਾਜ, ਜਿਹੜਾ ਦੇਸ਼ ਆਪਣੇ ਇਤਿਹਾਸ ਨੂੰ ਯਾਦ ਰੱਖਦਾ, ਉਸ ਕਰਕੇ ਜਾਗਰੂਕ ਰਹਿੰਦਾ ਕਿ ਦੁਬਾਰਾ ਨਾ ਹੋ ਜਾਏ, ਉਹਨਾਂ ਦੇ ਨਾਲ ਫਿਰ ਦੁਬਾਰਾ ਕਦੀ ਨਹੀਂ ਹੁੰਦੀ। ਇਸ ਕਰਕੇ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਇਸ ਅਹਿਸਾਸ ਦਾ ਪਤਾ ਹੀ ਨਹੀਂ ਹੈ ਕਿ ਕਿੰਨੀ ਵੱਡੀ ਵਿਭਾਜਨ ਦੀ ਵਿਸ਼ਕਾ ਹੋਈ ਸੀ, ਉਹਨਾਂ ਨੂੰ ਉਹਦੀ ਜਾਣਕਾਰੀ ਦੇਣਾ। ਤੇ 14 ਅਗਸਤ ਨੂੰ ਸਾਡੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਜੀ ਉਹ ਇੱਥੇ ਰਹਿਣਗੇ, ਪੂਰੇ ਪ੍ਰੋਗਰਾਮ में ਰਹਿਣਗੇ, ਉਹਨਾਂ ਨੂੰ ਸਨਮਾਨਿਤ ਕਰਨਗੇ ਜਿਹੜੇ ਇਸ ਟਾਈਮ ਜਿੰਦਾ ਹਨ, ਜਿਨ੍ਹਾਂ ਦੇ ਸ਼ਹੀਦ ਹੋ ਗਏ, ਉਹਨਾਂ ਨੂੰ ਸ਼ਰਧਾਂਜਲੀ ਦੇਵਣਗੇ। ਤੇ ਉੱਥੇ ਹੀ ਇੱਕ ਡਾਕੂਮੈਂਟਰੀ ਪਾਰਟੀਸ਼ਨ ਦੇ ਉੱਤੇ ਇੱਕ ਪਿਕਚਰ ਬਣਾ ਕੇ ਉਹ ਵੀ ਵਿਖਾਈ ਜਾਏਗੀ, ਰਿਲੀਜ਼ ਕੀਤੀ ਜਾਏਗੀ ਪਹਿਲੀ ਵਾਰ। ਵੀ ਕੰਪਾਈਲੇਸ਼ਨ ਕਰਨਗੇ। ਆਪਾਂ ਲੱਗੇ ਹੈ ਕਿ ਵਿਭਾਜਨ ਕੀ ਉਹ ਵੇਖੀਏ ਤਾਂ ਸਹੀ, ਆਪਾਂ ਸਾਡੀ ਨਵੀਂ ਜਨਰੇਸ਼ਨ ਵੇਖੇ। ਉਵੇਂ ਹੀ ਪ੍ਰਦਰਸ਼ਨੀ ਲੱਗੇਗੀ ਕਿਵੇਂ ਅਤਿਆਚਾਰ ਹੋਈ ਸੀ, ਟ੍ਰੇਨਾਂ ਆਉਂਦੀ ਸੀ, ਕਿਵੇਂ ਉਹਨਾਂ ਦੀ ਲਾਸ਼ਾਂ ਹੁੰਦੀ ਸੀ, ਮਤਲਬ ਪੁਰਾਣੀ ਯਾਦਾਂ ਪੂਰਾ ਉਸ ਤਰ੍ਹਾਂ ਦਾ ਉਸ ਇਤਿਹਾਸ ਦੇ ਉੱਤੇ ਨਵੀਂ ਜਨਰੇਸ਼ਨ ਨੂੰ ਲੈ ਕੇ ਜਾਣਾ। ਤੇ ਇੱਕ ਉੱਥੇ ਇਹ ਵੀ ਆ ਰਿਹਾ ਹੈ ਕਿ ਯੱਗ ਹੋਏ, ਤੇ ਉੱਥੇ ਸਾਰੇ ਜਿੰਨੇ ਵੀ ਹਨ ਬੰਦੇ ਆਪਣੇ ਸਮਾਜ ਦੇ, ਉਹ ਉੱਥੇ ਕਿ ਉਹਨਾਂ ਨੂੰ ਆਹੂਤੀ ਦੇਣ, ਸ਼ਰਧਾਂਜਲੀ ਦੇਣ। ਤੇ ਇੱਕ ਉਹਨਾਂ ਦੀ ਸ਼ਰਧਾਂਜਲੀ ਦਾ ਵੱਡਾ ਕਾਰਜਕ੍ਰਮ ਵੀ ਹੋਏਗਾ। ਇਵੇਂ ਕਰਕੇ ਬੜਾ ਵੱਡਾ ਇੱਕ ਕਾਰਜਕ੍ਰਮ ਸਮਾਜ ਨੂੰ ਜੋੜਨ ਦਾ, ਉਸ ਇਤਿਹਾਸ ਨੂੰ ਯਾਦ ਕਰਨ ਦਾ, ਉਹਨਾਂ ਨੂੰ ਸ਼ਰਧਾਂਜਲੀ ਦੇਣ ਦਾ, ਤੇ ਇਸ ਸੰਕਲਪ ਦਾ ਕਿ ਹਿੰਦੁਸਤਾਨ ਦੇ 2 ਟੁਕੜੇ ਜ਼ਰੂਰ ਹੋਏ ਸੀ, ਲੇਕਿਨ ਫਿਰ ਕਦੇ ਨਾ ਕਦੇ ਫਿਰ ਅਖੰਡ ਹੋਏਗਾ, ਫਿਰ ਉਹ ਹਿੰਦੁਸਤਾਨ ਵਿੱਚ ਵਾਪਿਸ ਆਏਗਾ। ਇਹ ਸਾਡਾ ਸੰਕਲਪ ਹੈ। ਸਾਡੇ ਭਾਰਤ ਮਾਂ ਦੇ 2 ਟੁਕੜੇ ਹੋਏ, ਲੇਕਿਨ ਇਹ ਨਹੀਂ ਹੈ ਕਿ ਪਰਮਾਨੰਤ ਭਾਰਤ, ਇਹ ਉਸ ਸੰਕਲਪ ਵੀ ਲਿਆ ਜਾਏ। ਇਹ ਮੇਰਾ ਤਾਂ ਸਾਡਾ ਤਾਂ ਸੰਕਲਪ ਹੈ ਕਿ ਅਖੰਡ ਭਾਰਤ ਸਾਡਾ ਸੰਕਲਪ ਹੈ ਕਿ ਅਗਰ ਧਰਮ ਦੇ ਆਧਾਰ 'ਤੇ ਟੁਕੜੇ ਹੋਏ ਔਰ ਜ਼ਬਰਦਸਤੀ ਨਹੀਂ ਕਰਨੀ ਪਏਗੀ, ਉਹ ਖੁਦ ਆਣਗੇ, ਵਾਪਸ ਆਣਾ ਪਏਗਾ। ਸਮਝ ਆਏਗੀ ਲੋਕਾਂ ਨੂੰ ਕਿ ਦੇਖੋ ਇਹ ਵਕਤ ਹੈ, ਤੇ ਜਿਹੜਾ ਉਸ ਟਾਈਮ ਹੋਗਾ, ਜਿਵੇਂ ਰਹਿ ਹੋਗਾ ਉਹ ਰਹਿ ਹੋਏਗਾ। ਤੇ ਸਾਡੇ ਸੰਕਲਪ ਨੇ ਦੇਸ਼ ਨੂੰ ਜਾਗਰੂਕ ਰੱਖਣ ਵਾਸਤੇ ਬਹੁਤ ਵੱਡਾ ਪ੍ਰੋਗਰਾਮ ਹੈ। ਤਾਂ ਉਹ ਪ੍ਰੋਗਰਾਮ ਸਾਡਾ ਸੁਭਾਗਯ ਹੈ ਕਿ ਸਾਡੇ ਮੁੱਖ ਮੰਤਰੀ ਜੀ ਨੇ ਅਨੁਮਤੀ ਦਿੱਤੀ ਹੈ ਤੇ ਰੁਦਰਪੁਰ ਹੋ ਰਿਹਾ, ਇਹ ਸਭ ਤੋਂ ਵੱਡਾ ਸੁਭਾਗਯ ਹੈ। ਇਸ ਕਰਕੇ ਸਾਰੇ ਜਣੇ ਇਹਦੇ ਲੱਗੇ ਹਨ, ਪੂਰੀ ਤਿਆਰੀ ਨਾਲ ਲੱਗੇ ਹਨ। ਤੇ ਮੈਨੂੰ ਲੱਗਦਾ ਬਹੁਤ ਵੱਡਾ ਪ੍ਰੋਗਰਾਮ ਹੋਏਗਾ ਤੇ ਆਪਣੇ ਉਦੇਸ਼ ਨੂੰ ਪੂਰਾ ਕਰਨ ਵਾਲਾ ਹੋਏਗਾ। ਸੋ ਬਹੁਤ ਬਹੁਤ ਧੰਨਵਾਦ। ਜਾਂਦੇ ਕੁਝ ਹੋਰ ਕਹਿਣਾ ਚਾਹੋਗੇ? ਬਸ ਮੈਂ ਇਹੀ ਕਹਿਣਾ ਚਾਹਾਂਗਾ ਕਿ ਜਿਹੜੀ ਆਪਣੀ ਸੰਸਕ੍ਰਿਤੀ ਹੈ, ਜਿਹੜੇ ਆਪਣੇ ਸੰਸਕਾਰ ਹਨ, ਸਭ ਤੋਂ ਵੱਡੀ ਗੱਲ ਜਿਹੜੀ ਆਪਣੀ ਜੜ੍ਹਾਂ ਹਨ, ਉਹ ਜੜ੍ਹਾਂ ਨੂੰ ਪਕੜ ਕੇ ਰੱਖੀਏ ਆਪਾਂ। ਜਦੋਂ ਜੜ੍ਹਾਂ ਛੁੱਟਦੀਆਂ ਹਨ, ਉਹ ਤਣਾ ਕਿੰਨਾ ਮੋਟਾ ਕਿਉਂ ਨਾ ਹੋਏ, ਕਿੰਨੇ ਮੋਟੇ ਫਲ ਲੱਗ ਰਹੇ ਹੋਣ, ਵੇਖਣੇ ਬੜਾ ਸੋਹਣਾ ਹੈ, ਲੇਕਿਨ ਉਹ ਕੁਝ ਦਿਨਾਂ ਬਾਅਦ ਸੁੱਕਣਾ ਸ਼ੁਰੂ ਹੋ ਜਾਂਦਾ, ਔਰ ਸੁੱਕਦੇ ਉਹ ਕਦਾ ਡਿੱਗ ਗਿਆ ਪਤਾ ਵੀ ਨਹੀਂ ਲੱਗਦਾ। ਤੇ ਇਸ ਕਰਕੇ ਉਹੀ ਪੇੜ ਮਜ਼ਬੂਤ ਰਹੇਗਾ, ਉਹਦੇ ਤੋਂ ਹੀ ਫਲ ਆਉਣਗੇ, ਉਹੀ ਸਮਾਜ ਦੀ ਸੇਵਾ ਕਰ ਸਕੇਗਾ ਜਿਹੜੀ ਆਪਣੀ ਜੜ੍ਹਾਂ ਨਾਲ ਮਜ਼ਬੂਤ ਹੋਏਗਾ, ਆਪਣੀ ਸੰਸਕ੍ਰਿਤੀ ਨਾਲ ਮਜ਼ਬੂਤ ਹੋਏਗਾ, ਆਪਣੇ ਸੰਸਕਾਰਾਂ ਨਾਲ ਮਜ਼ਬੂਤ ਹੋਏਗਾ। ਇਸ ਕਰਕੇ ਆਪਾਂ ਆਪਣੀ ਜੜ੍ਹਾਂ ਤੋਂ ਜੁੜ ਕੇ ਰਹੀਏ, ਇੱਕ ਬਣ ਕੇ ਰਹੀਏ, ਨਿਸ਼ਚਿਤ ਨਾਲ ਬੜੀ ਤਾਕਤ ਹੈ। ਸੋ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸਾਡੇ ਨਾਲ ਜੁੜੇ ਹੋਏ ਰੁਦਰਪੁਰ ਵਿਧਾਨ ਸਭਾ ਦੇ ਵਿਧਾਇਕ ਸ਼ਿਵ ਅਰੋੜਾ ਜੀ, ਜਿਨ੍ਹਾਂ ਨੇ ਪੂਰਾ ਵੇਰਵਾ, ਪੂਰੀ ਡਿਟੇਲ ਦਿੱਤੀ ਹੈ ਜਿਹੜਾ ਆਗਾਮੀ 14 ਅਗਸਤ ਨੂੰ ਜਿਹੜਾ ਪ੍ਰੋਗਰਾਮ ਉਲੀਕਿਆ ਗਿਆ, ਉਹਦੇ ਵੱਡੇ ਪੱਧਰ 'ਤੇ ਤਿਆਰੀਆਂ ਚੱਲ ਰਹੀਆਂ ਨੇ। ਸੋ ਰੁਦਰਪੁਰ ਵਰਗੀ ਜਗ੍ਹਾ 'ਤੇ
ਇਹ ਪ੍ਰੋਗਰਾਮ ਜਿਹੜਾ ਇਹ ਮਤਲਬ ਇੱਥੇ ਆਰਗੇਨਾਈਜ਼ ਕਰਨ ਦੇ ਲਈ ਕਾਮਯਾਬ ਹੋਏ ਨੇ। ਇਹ ਮਾਣ ਵਾਲੀ ਗੱਲ ਵੀ ਆਪਾਂ ਕਹਿ ਸਕਦੇ ਹਾਂ ਕਿ ਰੁਦਰਪੁਰ ਦੇ ਪੰਜਾਬੀਆਂ ਦੇ ਲਈ ਇਹ ਮਾਣ ਵਾਲੀ ਗੱਲ ਹੈ ਤੇ ਉੱਥੇ ਕਈਆਂ ਨੂੰ ਸਨਮਾਨਿਤ ਵੀ ਕੀਤਾ ਜਾਣਾ ਹੈ। ਸੋ ਕੱਲ੍ਹ ਵਿਧਾਇਕ ਜੀ ਦਾ ਜਨਮ ਦਿਨ ਵੀ ਹੈ। ਬਿਜੀ ਸ਼ਡਿਊਲ 'ਚ ਸਾਰੀ ਡਿਟੇਲ ਇਹਨਾਂ ਨੇ ਦਿੱਤੀ ਹੈ। ਧੰਨਵਾਦ ਵੀ ਕਰਦੇ ਹਾਂ ਇੱਕ ਵਾਰ ਫਿਰ ਇਹਨਾਂ ਨੂੰ ਜਨਮ ਦਿਨ ਦੀ ਵਧਾਈਆਂ ਦਿੰਦੇ ਹਾਂ ਤੇ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਦਾਈ ਤੁਹਾਡਾ ਇੱਕ ਵਾਰ ਫਿਰ ਬਹੁਤ ਬਹੁਤ ਧੰਨਵਾਦ ਤੇ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ। ਚਾਵਲਾ ਜੀ ਬਹੁਤ ਬਹੁਤ ਧੰਨਵਾਦ। ਬਸ ਸਾਰਿਆਂ ਦਾ ਆਸ਼ੀਰਵਾਦ ਬਣਾ ਰਹੇ, ਵਾਹਿਗੁਰੂ ਦੀ ਮਿਹਰ ਬਣੀ ਰਹੇ ਤੇ ਮਿਲ ਕੇ। ਕੱਲ੍ਹ ਦਾ ਪ੍ਰੋਗਰਾਮ ਤਾਂ ਬਹੁਤ ਟਾਈਟ ਹੋਏਗਾ ਸ਼ਾਇਦ। ਨਹੀਂ ਨੈਚੁਰਲ ਜਨਮ ਦਿਨ ਹੈ, ਮੈਂ ਵਿਧਾਇਕ ਹਾਂ, ਸਾਡੇ ਕਾਰਜਕਰਤਾ ਹਨ, ਜਨਤਾ ਹਨ, ਸਭ ਦੀ ਇੱਛਾ ਹੁੰਦੀ ਹੈ ਤੇ ਪਿਆਰ ਹੈ, ਇਹ ਸਭ ਤੋਂ ਵੱਡੀ ਤਾਕਤ ਹੈ। ਤਾਂ ਬਹੁਤ ਬਹੁਤ ਧੰਨਵਾਦ। ਸੋ ਹਰਵਿੰਦਰ ਸਿੰਘ ਚਾਵਲਾ ਦਾ ਤੁਸੀਂ ਦੇਖ ਰਹੇ ਸੀ ਸਿੱਖ ਸੰਗਤ ਨਿਊਜ਼। ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਜਿਹੜਾ ਪ੍ਰੋਗਰਾਮ ਹੈ ਇਹਦੀ ਹਰ ਅਪਡੇਟ ਤੁਹਾਨੂੰ ਕੋਸ਼ਿਸ਼ ਕਰਾਂਗੇ ਤੁਹਾਡੇ ਨਾਲ ਸਾਂਝੀ ਕਰੀਏ। ਧੰਨਵਾਦ ਜੀ।